ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉਮੈ ਕਰ ਕਰ ਜੰਤ ਉਪਾਇਆ। ਹਉ ਵਿੱਚ ਮਾਇਆ ਹੈ, ਮਾਇਆ ਦੀ ਛਾਇਆ ਹੈ। ਹਉਮੈ ਕਰ ਕਰ ਜੰਤ ਉਪਾਇਆ। ਹਉ ਮੈਂ ਹਾਂ, ਇਸ ਖਿਆਲ ਦੁਆਰਾ ਸੰਸਾਰ ਦੀ ਉਤਪਤੀ ਹੋ ਰਹੀ ਹੈ ਤੇ ਵਿਕਾਸ ਹੋ ਰਿਹਾ ਹੈ। ਜਿਵੇਂ ਮੈਂ ਕਿਹਾ ਹੈ ਨਾ ਵੀ ਵਨਸਪਤੀ ਦੇ ਵਿੱਚ ਅਹੰ ਭਾਵ ਘੱਟ ਹੈ ਤੇ ਜਿੰਨਾ ਵੱਧਦਾ ਜਾਂਦਾ ਹੈ ਅਹੰ ਭਾਵ ਸਰੀਰ ਦਾ ਬੋਧ, ਸਰੀਰ ਦਾ ਖਿਆਲ, ਓਨਾ ਹੀ ਦੁੱਖ ਵੀ ਵੱਧਦਾ ਜਾਂਦਾ ਹੈ। ਪਸ਼ੂ ਪੰਛੀ ਇੰਨੇ ਦੁਖੀ ਨਹੀਂ ਹਨ ਕਿਉਂਕਿ ਅਹੰ ਭਾਵ ਘੱਟ ਹੈ, ਕਰਤਾ ਭਾਵ ਘੱਟ ਹੈ। ਇਸ ਕਰਕੇ ਪਸ਼ੂ ਪੰਛੀਆਂ ਨੂੰ ਉਪਦੇਸ਼ ਵੀ ਨਹੀਂ ਦਿੱਤਾ ਗਿਆ ਹੈ। ਮਨੁੱਖ ਨੂੰ ਉਪਦੇਸ਼ ਦਿੱਤਾ ਗਿਆ ਹੈ। ਫਿਰ ਮਨੁੱਖ ਇਹ ਅਹੰ ਭਾਵ ਦੁਆਰਾ, ਕਰਤਾ ਭਾਵ ਦੁਆਰਾ ਪ੍ਰਕਿਰਤੀ ਦੀ ਆਖਰੀ ਸੀਮਾ ਤੇ ਪਹੁੰਚ ਗਿਆ ਹੈ। ਤੇ ਕਰਤਾ ਭਾਵ ਦੁਆਰਾ ਮਨੁੱਖ ਦਾ ਵਿਕਾਸ ਹੋ ਰਿਹਾ ਹੈ ਬੌਧਿਕ। ਤੇ ਜਿੰਨਾ ਜ਼ਿਆਦਾ ਬੌਧਿਕ ਵਿਕਾਸ ਹੁੰਦਾ ਹੈ ਨਾ, ਓਨਾ ਹੀ ਅਹੰ ਭਾਵ ਵੱਧਦਾ ਹੈ ਕਿਉਂਕਿ ਜਾਣਕਾਰੀ ਵੱਧਦੀ ਹੈ, ਸਮਝ ਵੱਧਦੀ ਹੈ, ਪਕੜ ਵੀ ਵੱਧਦੀ ਹੈ। ਤੇ ਜਿੰਨੀ ਜ਼ਿਆਦਾ ਪਕੜ ਵਧੇਗੀ ਤਾਂ ਓਨਾ ਹੀ ਅਹੰਕਾਰ ਮਜ਼ਬੂਤ ਹੋਵੇਗਾ। ਮੇਰਾ ਹੈ ਤਾਂ ਓਨਾ ਹੀ ਦੁੱਖ ਹੋਵੇਗਾ। ਹੁਣ ਪਸ਼ੂ ਪੰਛੀਆਂ ਅੰਦਰ ਮੇਰੇ ਦਾ ਅਹੰਕਾਰ ਘੱਟ ਹੁੰਦਾ ਹੈ ਤੇ ਉਹਨਾਂ ਦਾ ਕੋਈ ਸੰਬੰਧੀ ਮਰ ਵੀ ਜਾਵੇ ਤੇ ਬਹੁਤਾ ਦੁੱਖ ਨਹੀਂ ਹੁੰਦਾ ਹੈ। ਬਹੁਤ ਮਰਦੇ ਹੀ ਰਹਿੰਦੇ ਹਨ ਪਸ਼ੂ ਪੰਛੀ। ਤੇ ਦਰਖਤਾਂ ਨੂੰ ਹੋਰ ਘੱਟ ਹੁੰਦਾ ਹੈ। ਜਿੰਨਾ ਬੋਧ ਘੱਟ ਹੋਵੇਗਾ ਉਹਨਾਂ ਦੁੱਖ ਘੱਟ ਹੋਵੇਗਾ। ਜਿਵੇਂ ਤੁਸੀਂ ਦੇਖਿਆ ਹੋਵੇਗਾ ਕਈ ਆਦਮੀ ਵੀ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਬੋਧ ਨਹੀਂ ਹੁੰਦਾ ਹੈ ਬਹੁਤਾ, ਤੇ ਉਹਨਾਂ ਨੂੰ ਦੁੱਖ ਬਹੁਤ ਘੱਟ ਹੁੰਦਾ ਹੈ। ਪਰਿਵਾਰ ਦਾ, ਸਰੀਰ ਦਾ ਵੀ ਨਹੀਂ ਹੁੰਦਾ ਜਿਹਨੂੰ ਜ਼ਿਆਦਾ ਹੀ ਬੋਧ ਘੱਟ ਹੋ। ਤੇ ਜਿੰਨਾ ਜ਼ਿਆਦਾ ਬੋਧ ਹੋਵੇਗਾ ਓਨਾ ਹੀ ਦੁੱਖ ਹੋਵੇਗਾ ਤੇ ਓਨਾ ਅਹੰਕਾਰ ਵੀ ਹੋਵੇਗਾ। ਤੇ ਰੋਗ ਜਿਹੜਾ ਹੈ ਨਾ, ਇਹ ਤੇ ਪਸ਼ੂ ਪੰਛੀਆਂ 'ਚ ਵੀ ਹੈ ਹੋਣ ਦਾ, ਪਰ ਉਹਨਾਂ ਦੇ ਵਿੱਚ ਸੀਮਤ ਹੈ। ਮਨੁੱਖ ਦੇ ਵਿੱਚ ਬਹੁਤ ਜ਼ਿਆਦਾ ਵਧੀ ਜਾਂਦਾ ਹੈ ਤੇ ਜਿੰਨਾ ਜ਼ਿਆਦਾ ਵੱਧ ਵੀ ਜਾਂਦਾ ਹੈ ਨਾ ਅਹੰਕਾਰ, ਓਨਾ ਦੁੱਖ ਵੀ ਜ਼ਿਆਦਾ ਹੁੰਦਾ ਹੈ। ਤੇ ਆਪਣੇ ਆਪ ਨੂੰ ਤੇ ਦੁੱਖ ਹੁੰਦਾ ਹੈ ਮਨੁੱਖ ਨੂੰ, ਉਹ ਦੂਸਰਿਆਂ ਨੂੰ ਵੀ ਦੁਖੀ ਕਰਦਾ ਹੈ ਉਸ ਅਹੰਕਾਰ ਕਰਕੇ। ਬਹੁਤੇ ਅਹੰਕਾਰੀਆਂ ਨੇ ਹੀ ਬਹੁਤ ਜ਼ਿਆਦਾ ਅਤਿਆਚਾਰ ਵੀ ਕੀਤੇ ਹਨ ਕਿਉਂਕਿ ਜ਼ਿਆਦਾ ਬੜਾ ਅਹੰਕਾਰ ਹੋ ਜਾਵੇ ਫਿਰ ਆਦਮੀ ਕਹਿੰਦਾ ਹੈ ਵੀ ਮੇਰੇ ਅੰਡਰ ਹੀ ਸਾਰੇ ਰਹਿਣ। ਜਿਹੜੇ ਉਹਦੇ ਤੋਂ ਵਿਪਰੀਤ ਹੋਏ, ਵਿਪਰੀਤ ਕੋਈ ਬੋਲਿਆ ਤਾਂ ਉਹਦੇ ਅਹੰਕਾਰ ਨੂੰ ਚੋਟ ਲੱਗਦੀ, ਉਹ ਦੁਖੀ ਹੋ ਜਾਂਦਾ ਹੈ। ਪਸ਼ੂ ਥੋੜ੍ਹੀ ਏਦਾਂ ਹੁੰਦਾ, ਮਨੁੱਖ ਹੁੰਦਾ ਹੈ। ਤੇ ਇਹ
ਹਉਮੈ ਦੀ ਬਿਮਾਰੀ, ਹਉਮੈ ਦੀਰਘ ਰੋਗ ਹੈ, ਬਹੁਤ ਵੱਡਾ ਰੋਗ ਹੈ। ਦਾਰੂ ਪੀ ਸਮਾਏ, ਇਹਦੇ ਵਿੱਚ ਦਵਾ ਵੀ ਹੈਗੀ ਆ, ਦਵਾ ਇਹਦੇ ਵਿੱਚ ਹੀ ਹੈਗੀ ਆ, ਬਾਹਰ ਨਹੀਂ ਹੈਗੀ। ਤੇ ਜਿੰਨਾ ਇਹ ਰੋਗ ਵੱਧਦਾ ਜਾਂਦਾ ਹੈ, ਓਨਾ ਹੀ ਇਹ ਦੁਖੀ ਕਰਦਾ ਹੈ। ਜਿਵੇਂ ਆਦਮੀ ਨੂੰ ਬਹੁਤ ਜ਼ਿਆਦਾ ਰੋਗ ਲੱਗਾ ਹੋਵੇ, ਥੋੜਾ ਹੋਵੇ ਤੇ ਉਹ ਇਲਾਜ ਨਾ ਕਰਾਵੇ ਜਾਂ ਪਤਾ ਨਾ ਲੱਗੇ, ਤੇ ਵੱਧ ਜਾਵੇ ਤੇ ਫਿਰ ਉਹ ਤੜਫੇ, ਫਿਰ ਡਾਕਟਰ ਕਹਿਣ ਵੀ ਇਹਨੂੰ ਬਚਾਇਆ ਨਹੀਂ ਜਾ ਸਕਦਾ, ਜ਼ਿਆਦਾ ਹੋ ਗਿਆ। ਇਵੇਂ ਹੀ ਹਉਮੈ ਦਾ ਰੋਗ ਹੈ, ਵਧਿਆ ਹੋਇਆ, ਦੁਖਦਾਈ ਹੈ। ਤੇ ਇਹ ਰੋਗ ਤੇ ਸਾਰਿਆਂ ਅੰਦਰ ਹੀ ਹੈ। ਜਿਹੜਾ ਵੀ ਜੀਵ ਸਰੀਰਿਕ ਤਲ ਤੇ ਪੈਦਾ ਹੁੰਦਾ ਹੈ, ਉਹਦੇ ਅੰਦਰ ਹੀ ਇਹ ਖਿਆਲ ਪੈਦਾ ਹੋ ਜਾਂਦਾ ਹੈ ਆਪਣੇ ਸਰੀਰ ਨੂੰ ਬਚਾਉਣ ਦਾ। ਅਹੰ ਭਾਵ ਤੇ ਆ ਹੀ ਗਿਆ ਨਾ, ਪਰ ਬਹੁਤ ਘੱਟ ਹੈ, ਇਸ ਕਰਕੇ ਦੁੱਖ ਵੀ ਘੱਟ ਹੁੰਦਾ ਹੈ। ਕਸ਼ਟ ਵੀ ਘੱਟ ਹੁੰਦਾ ਹੈ। ਜਿਵੇਂ ਪਸ਼ੂਆਂ ਨੂੰ ਦੁੱਖ ਘੱਟ ਹੁੰਦਾ ਹੈ ਨਾ, ਮਨੁੱਖ ਨੂੰ ਸਰੀਰਕ ਦੁੱਖ ਜ਼ਿਆਦਾ ਹੁੰਦਾ ਹੈ। ਤੇ ਮਨੁੱਖ ਦੀ ਹੱਤਿਆ ਦਾ ਜ਼ਿਆਦਾ ਪਾਪ ਹੈ, ਪਸ਼ੂਆਂ ਦੀ ਹੱਤਿਆ ਦਾ ਘੱਟ ਪਾਪ ਹੈ, ਕਿਉਂਕਿ ਉਹ ਦੁੱਖ ਘੱਟ ਹੁੰਦਾ ਹੈ, ਉਹਨਾਂ ਨੂੰ ਬੋਧ ਹੀ ਨਹੀਂ ਹੈ ਬਹੁਤ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਬਹੁਤੇ ਜਿਹੜੇ ਪਸ਼ੂ ਹਨ ਸਮੂਹ ਦੇ ਵਿੱਚ ਜੀਂਦੇ ਹਨ, ਉਹਨਾਂ ਨੂੰ ਆਪਣੇ ਸਰੀਰ ਦਾ ਵੀ ਬਹੁਤਾ ਬੋਧ ਨਹੀਂ ਹੁੰਦਾ, ਤੇ ਨਾ ਜੀਵਨ ਬਾਰੇ ਬਹੁਤਾ ਸੋਚਦੇ ਹਨ। ਇਸ ਕਰਕੇ ਨਿਸ਼ਚਿੰਤ ਹਨ। ਕਿੰਨੀ ਕੁ ਉਮਰ ਬੀਤ ਗਈ, ਕਿੰਨੀ ਕੁ ਰਹਿ ਗਈ, ਇੰਨਾ ਕੁ ਬੁੱਢੇ ਹੋ ਗਏ। ਬੁੱਢਾ ਹੋ ਕੇ ਵੀ ਪਸ਼ੂ ਜਿਹੜਾ ਹੈ ਪਰੇਸ਼ਾਨ ਥੋੜ੍ਹੀ ਹੁੰਦਾ ਹੈ, ਮਨੁੱਖ ਹੁੰਦਾ ਹੈ। ਤੇ ਮਨੁੱਖ ਜਿਹੜਾ ਹੈ ਨਾ, ਇਹ ਫਿਰ ਦੁਖੀ ਹੁੰਦਾ ਜਾਂਦਾ ਹੈ, ਪਰੇਸ਼ਾਨ ਹੁੰਦਾ ਜਾਂਦਾ ਹੈ, ਜਿੰਨਾ ਹੀ ਇਹ ਵਿਕਾਰ ਵੱਧਦਾ ਹੈ ਉਹਦੇ ਅੰਦਰ। ਅਹੰ ਭਾਵ ਤੋਂ ਫਿਰ ਮੋਹ ਪੈਦਾ ਹੁੰਦਾ ਹੈ ਵੀ ਆ ਮੇਰਾ ਸਰੀਰ ਹੈ, ਤੇ ਆ ਜਿਹੜੇ ਸਰੀਰ ਦੇ ਲਾਗੇ ਹਨ ਮੇਰੇ ਆਪਣੇ ਹਨ। ਤੇ ਸਰੀਰ ਬਾਰੇ ਵੀ ਦੂਸਰਿਆਂ ਨੇ ਸਮਝਾਇਆ ਹੋਇਆ ਹੈ ਵੀ ਤੂੰ ਕੌਣ ਹੈ, ਤੂੰ ਕਿਹਦਾ ਪੁੱਤਰ ਹੈ, ਕੀ ਤੇਰੀ ਜਾਤੀ ਹੈ, ਕੀ ਤੇਰਾ ਧਰਮ ਹੈ। ਇਹ ਵੀ ਸੰਸਾਰਿਕ ਲੋਕ ਹੀ ਸਮਝਾਉਂਦੇ ਹਨ। ਆਦਮੀ ਉਹ ਹੀ ਸਮਝ ਲੈਂਦਾ ਹੈ ਜੋ ਲੋਕ ਸਮਝਾਉਂਦੇ ਹਨ। ਤੂੰ ਬੜਾ ਸੁੰਦਰ ਹੈ, ਕਈ ਕਹਿਣਗੇ, ਤੂੰ ਬੜਾ ਬੁੱਧੀਮਾਨ ਹੈ, ਆਦਮੀ ਬੁੱਧੀਮਾਨ ਸਮਝਣ ਲੱਗ ਜਾਂਦਾ ਆਪਣੇ ਆਪ। ਉਹਦੇ ਨਾਲ ਵੀ ਹੰਕਾਰ ਦੀ ਪੂਰਤੀ ਸਗੋਂ ਦੂਸਰੇ ਲੋਕ ਕਰਦੇ ਹਨ। ਆਪਣੇ ਜਿਹੜੇ ਹਨ ਨਾ, ਜਿਨ੍ਹਾਂ ਨੂੰ ਤੁਸੀਂ ਆਪਣੇ ਕਹਿੰਦੇ ਹੋ, ਉਹ ਜ਼ਿਆਦਾ ਹੰਕਾਰ ਦੀ ਪੂਰਤੀ ਕਰਦੇ ਹਨ। ਤੋੜਦੇ ਵੀ ਉਹੋ ਹੀ ਹਨ, ਪਰ ਪੂਰਤੀ ਵੀ ਉਹੀ ਕਰਦੇ ਹਨ। ਤੇ ਜਿੰਨਾ ਹੰਕਾਰ ਦੀ ਪੂਰਤੀ ਹੁੰਦੀ ਜਾਂਦੀ ਹੈ, ਉਹਨਾਂ ਹੰਕਾਰ ਵੱਧਦਾ ਜਾਂਦਾ। ਜਿੰਨਾ ਵੱਧਦਾ ਜਾਂਦਾ ਹੈ, ਆਦਮੀ ਦੁਖੀ ਹੁੰਦਾ ਜਾਂਦਾ, ਪਰੇਸ਼ਾਨ ਹੁੰਦਾ ਜਾਂਦਾ। ਤੇ ਪਰੇਸ਼ਾਨੀ ਦਾ ਮੂਲ ਕਾਰਨ ਕੀ ਹੈ? ਅਹੰ ਭਾਵ ਵੀ ਮੈਂ ਜੁਦਾ ਹਾਂ ਪਰਮਾਤਮਾ ਤੋਂ। ਤੇ ਜਿੰਨੀ ਆਪਣੇ ਆਪ ਦੀ ਹਸਤੀ ਜੁਦਾ ਸਮਝੇਗਾ, ਤੇ ਉਸ ਹਸਤੀ ਨੂੰ ਬਚਾਉਣ ਵਾਸਤੇ ਕੋਸ਼ਿਸ਼ ਕਰੇਗਾ, ਸੇਫ ਰੱਖਣ ਵਾਸਤੇ ਕੋਸ਼ਿਸ਼ ਕਰੇਗਾ, ਮੌਜੂਦ ਰਹਿਣ ਵਾਸਤੇ ਕੋਸ਼ਿਸ਼ ਕਰੇਗਾ, ਆਪਣੀ ਹੋਂਦ ਜਣਾਵੇਗਾ, ਦੂਸਰਿਆਂ ਨੂੰ ਦੱਸੇਗਾ ਵੀ ਮੈਂ ਕੌਣ ਹਾਂ, ਓਨਾ ਹੀ ਉਹ ਦੁੱਖ ਪਾਵੇਗਾ। ਇਹ ਸੁਭਾਵਿਕ ਹੀ ਹੈ, ਕਿਉਂਕਿ ਹੋਂਦ ਨੂੰ ਜੁਦਾ ਕਰੇਗਾ ਤੇ ਉਹਨੂੰ ਡਰ ਵੀ ਲੱਗੇਗਾ ਵੀ ਮੈਂ ਇਕੱਲਾ ਹਾਂ, ਦੂਸਰੇ ਮੈਨੂੰ ਮਾਰ ਦੇਣਗੇ। ਇਸ ਕਰਕੇ ਹੀ ਆਦਮੀ ਮਿੱਤਰ ਦੋਸਤ ਬਣਾਉਂਦਾ ਹੈ, ਸੰਬੰਧੀ ਬਣਾਉਂਦਾ ਹੈ,
ਪਰਿਵਾਰ ਬਣਾਉਂਦਾ ਹੈ, ਆਪਣਿਆਂ ਨੂੰ ਚਾਰ ਚੁਫੇਰੇ ਇਕੱਠੇ ਕਰਦਾ ਹੈ, ਸੋਚਦਾ ਹੈ ਵੀ ਮੈਂ ਸੇਫ ਹਾਂ, ਦੇਖੋ ਕਿੰਨੇ ਮੇਰੇ ਨਾਲ ਹਨ, ਤਾਂ ਉਹਦੇ ਨਾਲ ਹੰਕਾਰ ਦੀ ਤ੍ਰਿਪਤੀ ਹੋ ਜਾਂਦੀ ਹੈ। ਪਰ ਹੈ ਥੋੜ੍ਹੀ ਜੁਦਾ, ਸਿਰਫ ਖਿਆਲ ਹੈ ਜੁਦਾ। ਜੁਦਿਆ ਹੋਣ ਦੇ ਖਿਆਲ ਦੁਆਰਾ ਹੀ ਅਹਮ ਭਾਵ ਪੈਦਾ ਹੁੰਦਾ ਹੈ। ਉਹ ਫਿਰ ਖਿਆਲ ਵੱਧ ਜਾਂਦਾ ਹੈ। ਤੇ ਹੋ ਥੋੜ੍ਹੀ ਜਾਂਦਾ ਹੈ ਜੁਦਾ, ਤੁਸੀਂ ਹੋ ਥੋੜ੍ਹੀ ਜਾਂਦੇ ਹੋ ਪ੍ਰਮਾਤਮਾ ਤੋਂ ਜੁਦਾ, ਹੋ ਤੇ ਵਿੱਚ ਉਹਦੇ ਦੁਆਰਾ ਹੀ ਫਿਰ ਚੱਲ ਰਹੇ ਹੋ, ਉਹ ਹੀ ਫਿਰ ਚਲਾ ਰਿਹਾ ਹੈ। ਸਿਰਫ ਖਿਆਲ ਹੈ ਤੁਹਾਨੂੰ ਆਪਣਾ, ਆਪਣੇ ਖਿਆਲ ਦੁਆਰਾ ਤੁਸੀਂ ਸਰੀਰ ਦਾ ਖਿਆਲ ਕਰਦੇ ਹੋ, ਫਿਰ ਉਸ ਖਿਆਲ ਦੁਆਰਾ ਹੋਰ ਖਿਆਲ ਪੈਦਾ ਹੁੰਦੇ ਹਨ ਤੇ ਖਿਆਲ ਬਾਹਰ ਉਲਝ ਜਾਂਦਾ ਹੈ। ਤੇ ਹੋ ਨਹੀਂ ਜਾਂਦਾ ਹੈ ਜੁਦਾ। ਜਿਵੇਂ ਜਲ ਤਰੰਗ ਔਰ ਫੇਨ ਬੁੱਧ ਬੁੱਧਾ ਜਲ ਤੇ ਭਿੰਨ ਨਾ ਹੋਵੇ। ਕਹਿੰਦੇ ਜਿਵੇਂ ਸਾਗਰ ਦੇ ਵਿੱਚ ਤਰੰਗ ਹੈ ਨਾ, ਲਹਿਰ ਹੈ, ਉਹ ਜਲ ਤੋਂ ਭਿੰਨ ਥੋੜ੍ਹੀ, ਸਾਗਰ ਦੇ ਵਿੱਚ ਹੀ ਹੈ ਤੇ ਸਾਗਰ ਦੁਆਰਾ ਹੀ ਲਹਿਰ ਆ ਰਹੀ ਹੈ, ਪਰ ਉਹਦੇ ਅੰਦਰ ਖਿਆਲ ਪੈਦਾ ਹੋ ਗਿਆ ਵੀ ਮੈਂ ਜੁਦਾ ਹਾਂ। ਬਾਹਰੋਂ ਦੇਖਿਆ ਜੁਦਾ ਲੱਗਦੀ ਵੀ ਹੈ, ਮੈਂ ਬਹੁਤ ਬੜੀ ਹਾਂ, ਮੈਂ ਕਿਨਾਰਿਆਂ ਨੂੰ ਤੋੜ ਦੂੰਗੀ, ਮੈਂ ਜੇ ਕਰ ਦੂੰਗੀ, ਮੈਂ ਉਹ ਕਰ ਦੂੰ। ਖਿਆਲ ਆ ਗਿਆ, ਪਰ ਖਿਆਲ ਆਉਣ ਕਰਕੇ ਜੁਦਾ ਥੋੜ੍ਹੀ ਹੋਈ, ਚੱਲ ਤੇ ਫਿਰ ਵੀ ਸਾਗਰ ਨਾਲ ਹੀ ਰਹੀ, ਸਾਗਰ ਦੁਆਰਾ ਹੀ ਚੱਲ ਰਹੀ। ਇਵੇਂ ਹੀ ਚੱਲ ਤੇ ਉਹਦੇ ਦੁਆਰਾ ਹੀ ਰਹੇ ਹਨ ਸਾਰੀਆਂ ਤਰੰਗਾਂ, ਭਿੰਨ ਤੇ ਕੁਛ ਵੀ ਨਹੀਂ ਹੈ ਇੱਥੇ। ਜਿਹੜਾ ਅੰਦਰੋਂ ਦੇਖਦਾ ਹੈ ਉਹਦੇ ਵਾਸਤੇ ਤੇ ਅਭਿੰਨ ਹੈ। ਉਹ ਜਾਣਦਾ ਹੋਇਆ ਵੀ ਸਭ ਕੁਛ ਅਭਿੰਨ ਹੈ, ਤਾਂ ਵੀ ਉਹ ਸਮਝਾਉਂਦਾ ਹੈ। ਦੇਖੋ ਕਮਾਲ ਦੀ ਗੱਲ, ਇਹ ਬੜੀ ਹੈਰਾਨਗੀ ਦੀ ਗੱਲ ਹੈ। ਤੁਸੀਂ ਸੋਚੋਗੇ ਵੀ ਜਿਹਨੂੰ ਅਭਿੰਨ ਦਿਖਾਈ ਦੇ ਰਿਹਾ ਹੈ ਵੀ ਪ੍ਰਮਾਤਮਾ ਇੱਕ ਹੈ, ਇੱਕ ਓਅੰਕਾਰ, ਸਾਰਿਆਂ 'ਚ ਉਹੀ ਵਰਤ ਰਿਹਾ ਹੈ, ਫਿਰ ਉਹ ਵੀ ਸਮਝਾ ਰਿਹਾ ਹੈ, ਫਿਰ ਉਹ ਸਮਝਾਉਂਦਾ ਨਹੀਂ ਹੈ, ਉਹਦੇ ਦੁਆਰਾ ਵੀ ਉਹੀ ਬੋਲਦਾ ਹੈ। ਇਸ ਕਰਕੇ ਉਹ ਨਿਸ਼ਚਿੰਤ ਵੀ ਹੈ। ਕੋਈ ਮੰਨੇ ਨਾ ਮੰਨੇ, ਕੋਈ ਸੁਣੇ ਨਾ ਸੁਣੇ, ਕੋਈ ਕਰੇ ਨਾ ਕਰੇ, ਉਹ ਸਿਰਫ ਬੋਲ ਦਿੰਦਾ ਹੈ ਜੋ ਬੋਲਿਆ ਜਾਂਦਾ ਹੈ, ਤੇ ਸਹਿਜ ਸੁਭਾਵਿਕ। ਉਹ ਫਿਰ ਪਛਤਾਉਂਦਾ ਵੀ ਨਹੀਂ ਹੈ ਵੀ ਆਹ ਬੋਲਿਆ ਗਿਆ, ਨਹੀਂ ਸੀ ਬੋਲਿਆ ਜਾਣਾ, ਐਂ ਬੋਲਣਾ ਸੀ, ਐਂ ਨਹੀਂ ਸੀ ਬੋਲਣਾ, ਕਿਉਂਕਿ ਉਹ ਆਪ ਥੋੜ੍ਹੀ ਬੋਲ ਰਿਹਾ। ਜੋ ਬੋਲਿਆ ਜਾਂਦਾ ਹੈ ਬੋਲਿਆ ਜਾਂਦਾ ਹੈ। ਤੇ ਭਿੰਨ ਹੈ ਨਹੀਂ ਹੈ, ਤੁਸੀਂ ਸਮਝ ਲੈਂਦੇ ਹੋ ਭਿੰਨ ਹੈ, ਤੇ ਜਿੰਨਾ ਤੁਸੀਂ ਭਿੰਨ ਸਮਝਦੇ ਹੋ ਨਾ, ਖਿਆਲ ਕਰਦੇ ਹੋ ਆਪਣੇ ਆਪ ਨੂੰ, ਓਨੀ ਹੀ ਦੂਰੀ ਹੁੰਦੀ ਹੈ, ਓਨਾ ਹੀ ਅਹਮ ਭਾਵ ਹੁੰਦਾ ਹੈ, ਓਨਾ ਹੀ ਦੁੱਖ ਹੁੰਦਾ ਹੈ। ਤੇ ਮਨੁੱਖ ਜਿਹੜਾ ਹੈ ਨਾ, ਪ੍ਰਕਿਰਤੀ ਦਾ ਚਰਮ ਵਿਕਾਸ ਹੈ, ਮਨ ਦਾ, ਬੁੱਧੀ ਦਾ ਟੋਟਲ ਵਿਕਾਸ ਹੋ ਜਾਂਦਾ ਹੈ। ਫਿਰ ਦੇਖੋ, ਇੱਕ ਤੇ ਹੰਕਾਰ ਹੈ ਨਾ ਬਾਹਰ, ਮਾਇਆ ਦਾ, ਧਨ ਦਾ, ਇਹ ਤੇ ਬਹੁਤਾ ਨਹੀਂ ਹੈ, ਔਖਾ ਛੱਡਣਾ। ਪਰ ਵਾਸਤਵਿਕ ਅਹੰਕਾਰ ਹੈ ਨਾ ਜਿਹੜਾ, ਜਾਣਕਾਰੀ, ਇਹ ਬਿਲਕੁਲ ਝੂਠਾ ਹੈ। ਚਲੋ ਸਰੀਰ ਦਾ ਤੇ ਫਿਰ ਵੀ ਮੰਨ ਲੈਂਦੇ ਹਾਂ ਵੀ ਕਿਸੇ ਸਰੀਰ ਤਕੜਾ ਹੋਇਆ ਤੇ ਕੁਛ ਬੰਦਿਆਂ ਨੂੰ ਚਿੱਤ ਕਰ ਸਕਦਾ, ਕਿਸੇ ਦੇ ਕੋਲ ਮਾਇਆ ਹੈ ਤਾਂ ਵੀ ਠੀਕ ਦਿਖਾ ਰਿਹਾ ਵੀ ਹੈ ਹੀ ਮੇਰੇ ਕੋਲ ਕਰੋੜਾਂ ਰੁਪਈਆ। ਪਰ ਸਮਝਦਾਰੀ ਦਾ ਅਹੰਕਾਰ, ਤੇ ਇਹ ਛੁੱਟਦਾ ਵੀ ਨਹੀਂ ਹੈ ਛੇਤੀ, ਇਹਨੂੰ ਛੱਡਣਾ ਕਠਿਨ ਹੋ ਜਾਂਦਾ। ਕਹਿੰਦੇ ਮਾਇਆ ਤਜੀ ਤਾਉ ਕਿਆ ਪਿਆ, ਮਾਨ ਤਜਿਆ ਨਹੀਂ ਜਾਏ, ਮਾਨ ਮਨੇ ਮੁਨਵਰ ਗਲੇ, ਮਾਨ ਸਭੀ ਕੋ ਖਾਏ।
ਉਹ ਜਿਹੜਾ ਜਾਣਕਾਰੀ ਦਾ ਹੰਕਾਰ ਹੈ, ਮੈਂ ਮਨੀਸ਼ਰ ਹਾਂ, ਮੈਂ ਜਗਦੀਸ਼ਰ ਹਾਂ, ਮੈਂ ਤਪੀਸ਼ਰ ਹਾਂ, ਮੈਂ ਕੁਛ ਖਾਸ ਹੈ, ਮੈਂ ਧਾਰਮਿਕ ਹਾਂ, ਜਾਣਕਾਰ ਹਾਂ, ਸਮਝਦਾਰ ਹਾਂ। ਉਹ ਸਮਝਦਾਰੀ ਦਾ ਕਰਕੇ ਹੀ ਜੁਦਾ ਹੋਇਆ ਰਹਿੰਦਾ। ਤੇ ਅਹੰਕਾਰ ਜਿੰਨਾ ਵੱਧਦਾ ਹੈ ਨਾ, ਓਨਾ ਹੀ ਦੁੱਖ ਹੁੰਦਾ ਹੈ, ਤੇ ਓਨਾ ਹੀ ਆਦਮੀ ਫਿਰ ਅੱਗੇ ਅੱਗੇ ਭਟਕਦਾ ਰਹਿੰਦਾ ਹੈ। ਉਹ ਅਹਮ ਭਾਵ ਨੂੰ ਲੈ ਕੇ ਹੀ ਅੱਗੇ ਜਾਂਦਾ ਹੈ। ਸਰੀਰ ਤੇ ਇੱਥੇ ਛੁੱਟ ਜਾਂਦਾ ਹੈ। ਪਕੜਿਆ ਤਾਂ ਪਹਿਲਾਂ ਸਰੀਰ ਨੂੰ ਹੀ, ਫਿਰ ਸਰੀਰ ਛੁੱਟ ਗਿਆ, ਫਿਰ ਜੀਣ ਦੀ ਵਾਸ਼ਨਾ ਰਹਿ ਜਾਂਦੀ ਹੈ। ਉਹੋ ਹੀ ਵਾਸ਼ਨਾ ਫਿਰ ਉਹਦੀ ਅੱਗੇ ਜਾਂਦੀ ਹੈ। ਵਾਸ਼ਨਾ ਵੱਧਦਾ ਆਵੇ ਜਾਏ, ਫਿਰ ਅੱਗੇ ਵਾਸ਼ਨਾ ਉਹਦੀ ਚਲੇ ਜਾਂਦੀ ਹੈ। ਫਿਰ ਸਰੀਰ ਧਾਰਨ ਕਰਦਾ ਹੈ, ਫਿਰ ਹਮ ਭਾਵ ਕਰਤਾ ਭਾਵ ਨੂੰ ਲੈ ਕੇ ਚੱਲ ਪੈਂਦਾ ਹੈ, ਫਿਰ ਕਰਮ ਕਰਦਾ ਹੈ, ਫਿਰ ਉੱਦਾਂ ਹੀ ਜਾਲ ਦੇ ਵਿੱਚ ਵੱਧ ਜਾਂਦਾ ਹੈ। ਫਿਰ ਅਹਮ ਭਾਵ ਇੱਦਾਂ ਫਿਰ ਚੱਲਦਾ ਰਹਿੰਦਾ ਹੈ। ਤੇ ਛੁਟਕਾਰਾ ਉਦੋਂ ਹੀ ਹੁੰਦਾ ਹੈ ਇਹਦਾ, ਜਦੋਂ ਇਹ ਜਾਣ ਲੈਂਦਾ ਹੈ ਵੀ ਮੈਂ ਨਹੀਂ ਹਾਂ, ਮੈਂ ਕਰਨ ਵਾਲਾ ਨਹੀਂ ਹਾਂ, ਮੈਂ ਨਾ ਹੀ ਕਿਛ ਹਾਂ ਨਾ ਹੀ, ਮੈਂ ਨਹੀਂ ਹਾਂ। ਉਹ ਹੈ ਮੇਰੇ ਅੰਦਰ ਕੋਈ ਕਰਨ ਵਾਲਾ, ਜਿਹਨੇ ਪੈਦਾ ਕੀਤਾ ਹੈ ਸਰੀਰ ਨੂੰ, ਉਹ ਹੀ ਚਲਾ ਰਿਹਾ ਹੈ, ਉਹਦੇ ਦੁਆਰਾ ਹੀ ਹੋ ਰਿਹਾ ਹੈ। ਜਿੰਨਾ ਅਹੰਕਾਰ ਵੱਧ ਹੋਵੇਗਾ ਨਾ, ਓਨਾ ਹੀ ਆਦਮੀ ਦੁਖੀ ਪਰੇਸ਼ਾਨ ਹੋਵੇਗਾ ਤੇ ਸੰਸਾਰ ਚੋਂ ਵੈਰਾਗ ਹੋਵੇਗਾ, ਤੇ ਓਨੀ ਹੀ ਸੰਭਾਵਨਾ ਉਹਦੀ ਜ਼ਿਆਦਾ ਹੁੰਦੀ ਹੈ ਵਾਪਸ ਆਉਣ ਦੀ। ਲੋਕ ਤੇ ਬੱਚਿਆਂ ਨੂੰ ਧਾਰਮਿਕ ਬਣਾਏ ਜਾਂਦੇ ਹਨ, ਪਰ ਬੱਚਿਆਂ ਨੂੰ ਜੇ ਸਮਝ ਥੋੜ੍ਹੀ, ਇਹ ਤੇ ਗਹਿਰੇ ਸਮਝ ਦੇ ਵਿੱਚ ਜਿਹੜਾ ਪਰੌੜ ਹੋ ਗਿਆ, ਜਿਹਨੇ ਜਾਣ ਲਿਆ ਸੰਸਾਰ ਦੁੱਖ ਰੂਪ ਤੇ ਹੰਕਾਰ ਉਹਦਾ ਚਰਮ ਸੀਮਾ ਤੇ ਪਹੁੰਚ ਗਿਆ, ਤੇ ਉਹ ਜਾਣ ਲੈਂਦਾ ਵੀ ਅਹਮ ਭਾਵ, ਮੈਂ ਭਾਵ, ਇਹ ਖਿਆਲ ਜਿਹੜਾ ਹੈ ਮੇਰਾ, ਇਹੋ ਹੀ ਦੁੱਖ ਦੇ ਰਿਹਾ ਹੈ। ਤੇ ਉਹ ਇਸ ਬਿਮਾਰੀ ਨੂੰ ਛੱਡਣ ਨੂੰ ਤਿਆਰ ਹੋ ਜਾਂਦਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹਿ।